ਡੰਡੋਤ ਬੰਦਨ ਅਨੁਗਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਾਨਕ ਰਾਸ ਮੁਕਤਰੈ ਸ਼ਾਸਤਰ ਘਾਟ ਸਿੰਘ ਹਿਰਨ ਚੜ੍ਹ ਜਾਏ ਅੰਧ ਲਗੈ ਬਦਰਾ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਿਸ਼ੋਤਮ ਪਰਮ ਪੁਰਾਵਰਨਾਥ ਗੁਰੂ ਚਰਨ ਬੰਦਨਾ ਕਰ 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 ਪਰਮਾਤ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋੜ ਪ੍ਰਣਾਮ ਜਿਸ ਕਰਨਾਮ ਦੇ ਵਾੜਿਆ ਗਈ ਕਾਵ ਹੈ ਗਤ ਵਿਸ਼ਰਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਅਮਾਵਸ ਦੇ ਪੁਰਬ 'ਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਰਹੇ ਹੋ। ਚੱਲ ਰਹੀ ਇਸ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਵਿਭਾਗ ਦਾ ਕੀਰਤਨ ਅਰਦਾਸ ਔਰ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਲੜੀਵਾਰ ਦਾ ਆਰੰਭ ਹੈ। 960 ਅੰਗ ਤੇ ਔਰ ਸੱਤੇ ਗੁਰਵੰਡੇ ਦੀ ਜੋ ਬਾਰ ਹੈ ਇਸ ਦੀ ਵਿਚਾਰ ਸਾਰੇ ਸਰੋਤੇ ਸਰਵਣ ਕਰਦੇ ਆ ਰਹੇ। ਇਸ ਬਾਰ ਦੀਆਂ 8 ਪੌੜੀਆਂ ਅੱਜ ਦੀ ਜੋ ਪੌੜੀ ਹੈ ਇਹਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਹਿਮਾ ਦਾ ਵਰਣਨ ਕੀਤਾ ਹੈ। ਪਹਿਲੀਆਂ ਪੌੜੀਆਂ ਵਿੱਚ ਪਹਿਲੇ ਸਤਿਗੁਰਾਂ ਦੀ ਹੁਕਮ ਦਰਸਾਈ ਹੈ। ਮਾਤਾ ਜੀ ਦੀ ਉਸਤਤ ਕੀਤੀ ਹੈ। ਮਾਤਾ ਖੀਵੀ ਨਿਰਜਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਤਹਿਤ ਮਾਤਾ ਖੀਵੀ ਜੀ ਉਹਨਾਂ ਦੀ ਉਸਤਤ ਕੀਤੀ ਕਿਉਂਕਿ ਲੰਗਰ ਵਿੱਚ ਆਪ ਸੇਵਾ ਕਰਦੇ ਸੀ। और बड़े प्यार
ਦੇ ਨਾਲ ਲੰਗਰ ਦੇਖ ਰਹੇ ਤਿਆਰ ਕਰਨਾ, ਆਪ ਵਰਤਾਉਣਾ ਔਰ ਹਰ ਤਰ੍ਹਾਂ ਸੋਚ ਪਵਿੱਤਰਤਾ ਦੇ ਨਾਲ ਮਰਿਆਦਾ ਨਾਲ ਲੰਗਰ ਤਿਆਰ ਕਰਾਉਣਾ ਮਾਤਾ ਜੀ ਆਪ ਕਿਰਪਾ ਕਰਦੇ ਸੀ। ਉਹਨਾਂ ਦੀ ਮਹਾਨ ਸੇਵਾ ਤੋਂ ਮਹਾਰਾਜ ਦੀ ਬਾਣੀ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਅੰਕਿਤ ਕੀਤਾ ਹੈ। ਅੱਜ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਉਸਤਤ ਵਿੱਚ ਇਹ ਪੌੜੀ ਉਚਾਰਨ ਹੋਈ ਹੈ। ਰਾਗੀ ਸਿੰਘ ਆਮ ਇਹ ਸ਼ਬਦ ਪੜ੍ਹਦੇ ਪੜ੍ਹਾਉਂਦੇ ਰਹਿੰਦੇ ਹਨ। ਖਾਸ ਕਰਕੇ ਦਰਬਾਰ ਸਾਹਿਬ ਰਾਗੀ ਸਿੰਘ ਇਸ ਸ਼ਬਦ ਦਾ ਕੀਰਤਨ ਵੀ ਕਰਦੇ ਹਨ, ਕਿਉਂਕਿ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਹੈ। ਉੱਥੇ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਦਾ ਕੀਰਤਨ ਰਾਗੀ ਸਿੰਘ ਆਮ ਕਰਦੇ ਹਨ। ਆਓ ਪਿਆਰ ਦੇ ਨਾਲ ਇੱਥੇ ਪਹਿਲੇ ਗੁਰੂਆਂ ਦੀ ਉਸਤਤ ਵਿੱਚ ਸੱਤੇ ਬਲਵੰਡੇ ਦੁਆਰਾ ਗੁਰੂ ਦੀ ਬਖਸ਼ਿਸ਼ ਪਾ ਕੇ ਆਪਣਾ ਜਿਹੜਾ ਦੋਸ਼ ਸ਼ਰਾਪ ਸੀ ਬਖਸ਼ਾਇਆ ਔਰ ਗੁਰੂ ਮਹਾਰਾਜ ਦੀ ਉਸਤਤ ਦੇ ਨਾਲ ਵਡਿਆਈ ਨਾਲ ਮਹਿਮਾ ਕਰਦੇ ਹਨ। ਉਹਨਾਂ ਦਾ ਨਿੰਦਿਆ ਰੂਪੀ ਜਿਹੜਾ ਪਾਪ ਸੀ ਇਹ ਦੂਰ ਹੋਇਆ ਅਤੇ ਸਰੀਰ ਜਿਹੜਾ ਸੀ ਉਹ ਵੀ ਕੰਚਨ ਨੂੰ ਸ਼ੁੱਧ ਪਵਿੱਤਰ ਹੋ ਗਿਆ ਔਰ ਮਾਨਸਿਕ ਰੋਗ ਵੀ ਦੂਰ ਹੋਏ। ਬੇਮੁਖਤਾ ਜਿਹੜੀ ਸੀ ਉਸ ਤੋਂ ਵੀ ਛੁਟਕਾਰਾ ਹੋਇਆ, ਸਾਨੂੰ ਮੁਕਤਾ ਨੂੰ ਪ੍ਰਾਪਤ ਕੀਤਾ ਔਰ ਮੁਆਫੀ ਮੰਗੀ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ। ਅਗਾਂਹ ਵਾਸਤੇ ਵੀ ਇਸ ਬਾਰ ਦੇ ਅੰਦਰ ਬੜੀ ਬਰਕਤ ਰੱਖੀ ਹੈ। ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਅਮਰੀਆਤ ਦੇ ਰੂਪ ਹੈ ਇਸ ਬਾਰ ਦਾ ਪਾਠ ਕਰਨੇ ਉਹਨਾਂ ਨੂੰ ਅੱਜ ਵੀ ਕਾਫੀ ਸੁਖ ਸ਼ਾਂਤੀ ਮਿਲਦੀ ਹੈ। ਸੋ ਆਓ ਪਿਆਰ ਦੇ ਨਾਲ ਆਉਣ ਵਾਲੇ ਸ਼ਬਦ ਦੀ ਵਿਚਾਰ ਪਿਆਰ ਨਾਲ ਸਰਵਣ ਕਰੀਏ। ਮਨ ਵਿਅਕਤੀ ਦੀ ਇਕਾਗਰਤਾ ਲਈ, ਰਚਨਾ ਦੀ ਪਵਿੱਤਰਤਾ ਲਈ ਗੱਲ ਕੇ ਬੋਲੋ ਸਤਿਨਾਮ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਰਾਮਦਾਸ ਗੁਰ। ਦੋ ਵੇਰੀ ਧੰਨ ਧੰਨ ਕਿਹਾ। ਤੀਸਰੀ ਵੇਰੀ ਇਹਦਾ ਅਧਿਆ ਰੂਪ ਹੁੰਦਾ। ਸਿਆਣੇ ਜਿਹੜੇ ਗਿਆਨੀ ਹੋ ਕੇ ਸਮਝ ਲੈਂਦੇ ਆ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਆਤਮਾ ਭੂਤਕਾਲ ਵਰਤਮਾਨ ਔਰ ਭਵਿੱਖ ਕਾਲ ਤਿੰਨਾਂ ਕਾਲਾਂ ਤਿੰਨਾਂ ਸਮਿਆਂ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨਤਾ ਜੋ ਹੋ ਗਿਆ। ਉਹਨਾਂ ਦਾ ਜਸ ਹਮੇਸ਼ਾ ਹੀ ਅਟਲ ਰਹਿਣ ਵਾਲਾ, ਕਿਉਂਕਿ ਉਹਨਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਰਹਿ ਕੇ ਭਾਵੇਂ ਰਿਸ਼ਤਾ
दामाद दा सी कि आम जवाई लोग जिवें सहुरे घर जाते हैं उन्होंने कोई क्रिया वखरी होती है। पर श्री गुरु रामदास जी महाराज जी ने ये हुमे के नातियों को ऊपर उठ के दासा भाव को धारण करके अपने आप को नमाना सेवक बना के धन गुरु नानक साहब जी महाराज जी कर दी श्री गुरु अमरदास जी महाराज जी शरण में रह के निर्माण होकर सेवा की। उन्होंने सेवा तो प्रसन्न होकर श्री गुरु अमरदास जी महाराज जी ने सिखा पुत्रा को कह सब देखो और देखो सिखा की भोग पड़ताल की पुत्रा की की लैब जाते हैं वो परख दे विच जिवें पहले गुरु परखते रहे श्री गुरु अमरदास जी महाराज ने जो प्रीख्या की उस वेले बाबा बुढ़ा साहब तो आप जी ने गुरतागदी के तिलक की रसम की थी। फिर पंज पैसे नलेर मत्था टेक के चार परिक्रमा की नमस्कार की। मुखी सिखा ने संगतां ने नमस्कार की। पुत्रा वास्ते भी हुक्म होया। बाबा मोहन जी उन्होंने नमस्कार भी की। ये तो साढ़े घर के नौकर है महाराज का बचन भी करड़ा हो गया तेन क्यों फिल्म जोड़े मोहरी सी महाराज के साहबजादे उन्होंने नमस्कार की। श्री गुरु रामदास जी महाराज रामकली साध दे उन्होंने भी नाम आया है मोहरी पुत सनम को रामदास पाए। जो मोहरी पुत सी वो मनमुख नहीं बनया गुरु के हुक्म नूं मनिया मारे दे सन्मुख हो गया क्यों हुक्म मान लिया। अज ये गुरु रामदास जी के अंदर गुरु नानक साहब की जोत रख दी है। हुण इन्हों एक दुनियावी कुछ समझ के मत्था टेकण वाली गल नहीं। इन्होंने गुरु नानक साहब की गद्दी से विराजमान किया। गुरु नानक साहब की जी जोत है उन्होंने गद्दी है ये उन्होंने नमस्कार हो रही है ना कि शरीर में। क्योंकि जोत हुआ जोत आए सहपाया फिर पलटी ये सत्कार तो गुरु नानक साहब जी की जोत का पर जिन समझ लिया महाराज दास पातशाह कहते हैं जिन समझे नहीं सिद्ध पाई बिन समझे सिद्ध हाथ में गल तो समझण दी जिले टीचर कोई लैसन दिंदा कईयां नूं तो समझ आ जाती है कईयां नूं समझ नहीं आती उन्होंने दिमाग च नहीं होंदी। जिदा दो चार भी पूछ के भी समझ आए फिर भी ठीक है। कई मूड ऐसे होंगे समझ आती तो जो देखो आप
श्री गुरु अमरदास साहब जी नमस्कार कर रहे हैं। फिर तो किसी सिख नूं या पुत्र नूं कोई किंतु परंतु करनी या कोई गलबात करनी को बह नहीं सकती। महाराज पूर्ण समर्थ है, जो करते हैं सूझ बूझ सियाणप ना करते। तो जे अस महाराज का कहना मन के नमस्कार नहीं करते, महाराज के बचन का आप निरादर करते हैं। हुक्म जिले होया सारिਆਂ ਨੂੰ है, सारे जिन्हें सिख मुखी संगत है। जब महाराज ने आप ही मत्था टेकता तो बकाया पिछे की रहा, ये तो वैसे ही फर्ज बनता। पर जब गुरु महाराज जी ने नमस्कार करती, नमस्कार व्यक्ति ने नहीं की, धन गुरु नानक साहब की शक्ति भी की। गुरता को दीप दे दी, तिलक लाता, नमस्कार करती परिक्रमा करके। फिर तो कोई रौले वाली गल ही नहीं। फिर परीक्षा भी हुई है सिखों की पुत्रां की, वाधू घट बोलता रहा। अपने ग्रुप के बंदे इकट्ठे करके पागल भी बना ली। महाराज के नाल झगड़ा करता रहा। हक मेरा सी, मैं बड़ा सी, मैं सियाणा सी। ये शब्द भी है काये भूत झगड़ा तो संग बाप। तेरा झगड़ा करना बनता साढ़े झगड़ा रहा। झगड़िया ना तो चीज़ मिलने वाली नहीं कि दुनियावी कोई जायदाद थोड़ी मुकदमेबाजी ना, ਜਾਂ कोई सरकारी बल लैके तो ਜਾਂ कोई अपने पक्ष के बहुते बंदे इकट्ठे करके हथियारों के बल के नाल, ਜਾਂ अपनी बुद्धि की चितराई कोई जलीलबाजी के नाल वकालत करके ले लाँगे। ये तो रमनी बख्शिश है, परख हो गई सारिਆਂ की, पुत्रां की भी हुई है तो सिखां की भी हुई। हुण जे कहिए पुत्रां की निंदा करिए तो सिखां का भी तो नाल ही। सिखां पुत्रां भोख है, सिखां की भी पुत्रां की भी भोख के चंगी तरह पड़ताल करके विचार करके सब उम्मत देखो जी जिन्नी प्रजा सी सारी देख रही। सारे ने कोई अंदर बढ़ के या लोग छिप के कोई हेरा फेरी के ढंग नाल गल थोड़ी की थी। स्पष्ट इस वास्ते हुण हुक्म मुखी सिखां नूं भी होया और साध संगत नूं भी होया, पुत्रां ने भी होया कि सातों बाद फिर इस तरह की कोई गलबात ना करन। साडे हुंदे सतगुर अपने हुंदे टिकिया ते मोरे जड़े सी वो फिर सानों को कि उन्हों का नाम भी गुरु ग्रंथ साहिब जा गया। मोहरी पुत सन्मुख हो, सन्मुख हो मानमुख नहीं रहे। रामदास पैरी पाए जो श्री गुरु रामदास महाराज के चरनी पैर उन्हें कबूल लिया कि पिता गुरु जी जो करते हो सही है। तो साडा की अधिकार है कि असीं अपनी मर्जी के नाल कोई गल करिए। जब महाराज ने कृपा की परख सारिਆਂ ਦੀ हुई, उस परख के पूरे उतरे। तो अज दे लो बाबा मोरी की आंस चल रही है भजन। उन्होंने बांस जी चल रही है मोरी ने
ਬਖਸ਼ਾਂ ਲੈ ਲਈ ਆਪਣੇ ਤੋਂ ਲੈ ਆਉਂਦੇ ਆ। ਗੋਂਦਵਾਲ ਵੀ ਹੈ, ਲੁਧਿਆਣੇ ਵੀ, ਹੋਰ ਕਈ ਤੇ ਉਹ ਰਜਿਸਟਰ ਉਹਨਾਂ ਦੇ ਕੋਲ ਹੈ ਬਹੁਤ ਵੱਡਾ। ਉਹਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਜਿਹੜੀਆਂ ਪੀੜ੍ਹੀਆਂ ਚੱਲੀਆਂ ਸਾਰੇ ਸ਼ਿਜਰੇ ਬਣੇ ਹੋਏ, ਬਹੁਤ ਵੱਡਾ ਰਜਿਸਟਰ ਹੈ। ਕੱਲੇ ਕੱਲੇ ਦੇ ਨਾਂ ਲਿਖੇ ਹੋਏ, ਸਾਰੀਆਂ ਬੰਸਾਵਲੀਆਂ ਲਿਖੀਆਂ। ਉਹ ਸਾਰਾ ਮੋਹਰੀ ਦੀ ਔਲਾਦ ਹੈ। ਸਨਮੁਖ ਜੋ ਹੋ ਗਿਆ, ਉਹਦੀ ਪੀੜ੍ਹੀ ਚੱਲ ਗਈ, ਕਿਰਪਾ ਹੋ ਗਈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਡਿਆਈ ਲੈਣ ਲਈ ਕਿੰਨੇ ਭਗਤ ਆਏ। ਕਾਨਾ ਆਇਆ, ਛੱਜੂ ਆਇਆ, ਪੀਲੂ ਆਇਆ। ਰਚਨਾਵਾਂ ਤਾਂ ਉਹਨਾਂ ਦੀਆਂ ਵੀ ਕਾਫੀ ਮਹਾਨ ਸੀ, ਇਹ ਤਾਂ ਨਹੀਂ ਨਿੰਦਣਯੋਗ ਸੀ, ਪਰ ਗੁਰਬਾਣੀ ਦੀ ਸਮਾਨਤਾ ਉਹਨਾਂ ਵਿੱਚ ਨਹੀਂ ਸੀ। ਗੁਰੂ ਆਸ਼ੇ ਨਾਲੋਂ ਸਿੱਖਿਆ ਤੁਸੀਂ ਪੂਰਾ ਮੇਲ ਨਹੀਂ ਸੀ ਪਾਉਂਦੇ, ਉਹਨਾਂ ਨੂੰ ਸਤਿਕਾਰ ਨਹੀਂ ਮਿਲ ਸਕਿਆ। ਬਹੁਤ ਇੱਛਾ ਧਾਰ ਕੇ ਆਏ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਨਾਂ ਆ ਜੋ ਅਸੀਂ ਅਮਰ ਹੋ ਜਾਈਏ, ਸਾਡਾ ਵੀ ਦੁਨੀਆ 'ਤੇ ਨਾਂ ਰਹਿ ਜਾਵੇ, ਸਾਡੀ ਵੀ ਪੂਜਾ ਪ੍ਰਤਿਸ਼ਠਾ ਸਤਿਕਾਰ ਹੋਇਆ ਕਰੇ ਜਿਵੇਂ ਬਾਕੀ ਸੰਤਾਂ ਭਗਤਾਂ ਦੀ ਹੋਣੀ। ਪਰ ਇਹ ਤਾਂ ਮਹਾਰਾਜ ਦੀ ਕਸਵੱਟੀ ਦੇ ਜਿਹੜੇ ਪੂਰੇ ਉਤਰੇ, ਉਹਨਾਂ ਨੂੰ ਸਤਿਕਾਰ ਮਿਲਿਆ ਨਾ। ਹੋਰ ਕਿਸੇ ਪੁੱਤਰ ਦਾ ਨਾਂ ਤੇ ਆਇਆ, ਮੋਰੀ ਦਾ, ਮੋਰੀ ਮੋਰਾ ਬਣ, ਮੋਰੀ ਬਣ ਗਏ, ਮੁਖੀ ਬਣ ਗਏ। ਮਾਤਾ ਖੀਵੀ ਦਾ ਨਾਂ ਇਹ ਨਹੀਂ ਕਿ ਬਾਕੀ ਸਤਿਕਾਰਯੋਗ ਨਹੀਂ, ਬਾਕੀ ਮੁਤਾਬਕ ਵੀ ਸਤਿਕਾਰਯੋਗ ਹੈ, ਸਭ ਸਤਿਕਾਰਯੋਗ। ਪਰ ਬਚਨ ਦੀ ਵਡਿਆਈ, ਮੋਰੇ ਪੁੱਤ ਸਨਮੁਖ ਹੋਆ, ਰਾਮ ਦਾਸੈਂ ਪੈਰੀ ਪਾਏ ਜਿਉ। ਹੁਕਮ ਮੰਨਦੇ ਪੜ੍ਹਾਈ ਹੁਕਮ ਦੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਘਰਾਂ 'ਚ ਵੀ ਜਿਹੜਾ ਇੱਕ ਦੂਏ ਦਾ ਕਹਿਣਾ ਮੰਨਦਾ, ਉੱਥੇ ਕਲੇਸ਼ ਜਾਏ ਕੋਈ। ਕਲੇਸ਼ ਇਸ ਗੱਲ ਦਾ ਹੀ ਹੈ ਜਦੋਂ ਆਪਾਂ ਇੱਕ ਦੂਏ ਦਾ ਕਹਿਣਾ ਨਹੀਂ ਮੰਨਦੇ। ਇਹ ਠੀਕ ਹੈ ਜਿੱਥੇ ਕੋਈ ਗਲਤ ਗੱਲ ਹੈ ਨਹੀਂ ਮੰਨਣਾ, ਜਿੱਥੇ ਸਹੀ ਗੁਰਮਤਿ ਅਨੁਸਾਰ ਉਹ ਤਾਂ ਮੰਨਣਾ ਚਾਹੀਦਾ। ਜੇ ਹੁਣ ਕਹਿੰਦਾ ਸ਼ਰਾਬ ਪੀ ਲੈ ਜਾਂ ਕੋਈ ਹੋਰ ਨਸ਼ਾ ਜਾਂ ਕੋਈ ਹੋਰ ਮਾੜਾ ਕੰਮ, ਉਹ ਕਹਿਣਾ ਮੰਨਣਾ ਤਾਂ ਗਲਤ ਹੈ। ਜਿਹੜਾ ਸਹੀ ਹੈ ਉਹ ਮੰਨਣਾ ਚਾਹੀਦਾ। ਇਸ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵੀ ਨਿਰਮਾਣ ਹੋ ਕੇ ਸੇਵਾ ਕੀਤੀ। ਉਸ ਘਰ 'ਚ ਜਵਾਈ ਬਣ ਕੇ ਨਹੀਂ ਰਹੇ, ਦਾਸ ਬਣ ਕੇ, ਦਾਸ ਬਣੇ, ਸੇਵਕ ਬਣੇ। ਇਸ ਕਰਕੇ ਉਹਨਾਂ ਨੂੰ ਧੰਨ ਧੰਨ ਰਾਮਦਾਸ ਗੁਰ। ਹੇ ਗੁਰੂ ਰਾਮਦਾਸ ਜੀ, ਤੁਸੀਂ ਪਿੱਛੇ ਹੁਣ ਅੱਗੇ ਵੀ ਧੰਨਤਾ ਜੋ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਅਸੀਂ ਆਪ ਜੀ ਨੂੰ ਧੰਨ ਧੰਨ ਕਹਿੰਦੇ। ਧੰਨ ਤੇ ਬੈਮੁਨ ਜਨ ਜਿਨ ਧਿਆਇਓ ਹਰਿ ਬ੍ਰਹਮ ਮੇਰਾ, ਮੇਰਾ ਮਾਥੈ ਲਾਗੀ ਲੈ ਧੂਰ ਗੋਬਿੰਦ ਚਰਨ ਕੀ। ਧੰਨ ਧੰਨ ਰਾਮਦਾਸ ਗੁਰ। ਇਹ ਸਤਿਗੁਰੂ ਜੀ ਆਪ ਹਮੇਸ਼ਾ ਹੀ ਧੰਨਤਾ ਜੋ। ਜਿਨ ਸਿਰਿਆ ਤਿਨੈ ਸਵਾਰਿਆ, ਜਿਸ ਨੇ ਸੰਸਾਰ ਨੂੰ ਸਿਰਿਆ ਪੈਦਾ ਕੀਤਾ, ਇਹਨੂੰ ਸਵਾਰਨ ਵਾਲਾ ਵੀ ਉਹ। ਜਿਹਨੇ ਸੰਗਤ ਦੀ ਸਿਰਜਣਾ ਕੀਤੀ ਤੇ ਜਿਹਨੂੰ ਹੁਕਮ ਮੰਨਿਆ, ਉਹਨਾਂ ਦੇ ਜੀਵਨ ਨੂੰ, ਗੁਰਸਿੱਖਾਂ ਦੇ ਜੀਵਨ, ਉਹ ਸੰਗਤ ਨੂੰ
ਸਵਾਰਨ ਵਾਲਾ ਵੀ ਆਪ ਤੁਹਾਡੇ ਜੀਵਨ ਨੂੰ ਸਵਾਰਿਆ। ਦੇਖੋ ਇੱਕ ਪੱਥਰਾਂ ਨੂੰ ਘੜ ਤੋਂ ਹੁੰਦਾ, ਜਿਹੜਾ ਬੁੱਤ ਘੜਾ ਨਾ ਜੇ ਸਹੀ ਢੰਗ ਨਾਲ ਘੜ ਦਿੰਦਾ ਉਹ ਹੀ ਗਣੇਸ਼ ਬਣ ਜਾਂਦਾ, ਹਨੂੰਮਾਨ ਬਣ ਜਾਂਦਾ, ਦੁਰਗਾ ਦੇਵੀ ਦਾ ਰੂਪ ਦੇ ਦਿੰਦੇ, ਰਾਮ ਕ੍ਰਿਸ਼ਨ ਦਾ ਰੂਪ ਦੇ ਦਿੰਦੇ, ਕਲਾ ਭਰ ਦਿੱਤੀ, ਕਰੋੜਾਂ ਰੁਪਏ ਮੰਦਿਰਾਂ ਦੇ ਖਰਚ ਕਰਦੇ, ਪੂਜਾ ਪ੍ਰਤਿਸ਼ਠਾ ਕਰਕੇ ਫਿਰ ਉਹਦੀ ਸਥਾਪਨਾ ਕਰਦੇ, 16 ਤਰ੍ਹਾਂ ਦੀ ਪੂਜਾ, ਮੋਹਨ ਭੋਗ, ਸੰਖ ਟਲੀਆਂ ਖੜਕਾਉਂਦੇ, ਧੂਪ ਜੋਤਾਂ ਦਿਖਾਉਂਦੇ ਆ, ਕੀ ਕੁਝ ਗੱਲ ਹੈਗਾ ਤਾਂ ਹੁਣ ਵੀ ਪੱਥਰੀ। ਘਾਟ ਪੱਥਰ ਦਾ ਮੁੱਲ ਕਿੰਨਾ ਸੀ? ਜਿਲੇ ਕਿਸੇ ਕਲਾਕਾਰ ਨੇ ਕਲਾ ਭਰ ਦਿੱਤੀ, ਉਹਦਾ ਲੱਖਾਂ ਰੁਪਏ ਮੁੱਲ ਪੈਂਦਾ। ਪੱਥਰ ਨੂੰ ਸਵਾਰ ਦਿੱਤਾ, ਸਵਾਰੇ ਹੋਏ ਪੱਥਰ ਲੋਕ ਦੇਵਤੇ ਦੀ ਭਾਵਨਾ, ਅਵਤਾਰਾਂ ਦੀ ਭਾਵਨਾ ਕਰੀ ਜਾਂਦੇ ਆ। ਇਸ ਤਰ੍ਹਾਂ ਮਨੁੱਖ ਦਾ ਜੀਵਨ ਵੀ ਅਣਘੜਤ ਪੱਥਰ ਵਰਗਾ। ਚੰਗਾ ਗੁਰੂ ਮਿਲ ਜਾਏ ਨਾ, ਉਹਦਾ ਜੀਵਨ ਸਵਾਰ ਦਿੰਦਾ। ਇਹਨੂੰ ਵੀ ਨਮਸਕਾਰਾਂ ਹੁੰਦੀਆਂ, ਸਤਿਕਾਰ ਮਿਲਦੇ ਆ, ਭਾਵੇਂ ਦੇਖ ਦੇਖ ਕੇ ਕਈ ਸੜੀ ਜਾਂਦੇ ਆ, ਇਹਨੂੰ ਨਮਸਕਾਰਾਂ ਹੁੰਦੀਆਂ। ਤੇ ਜਿਹਦਾ ਜੀਵਨ ਸਵਾਰਿਆ ਉਹਨੂੰ ਲੋਕ ਨਮਸਕਾਰ ਕਰਦੇ, ਦੂਏ ਨੂੰ ਕੌਣ ਪੁੱਛਦਾ? ਜੀਵਨ ਸਵਾਰਿਆ ਗਿਆ, ਆਪਣਾ ਆਪ ਸਵਾਰ ਲਿਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਤੂੰ ਤਾਂ ਕਹਿੰਦਾ ਮੇਰੇ ਮੁੰਡੇ ਕੁੜੀਆਂ ਕਹਿਣਾ ਨਹੀਂ ਮੰਗਦੇ, ਮਾਰੇ ਕਹਿੰਦੇ ਸਾਰਾ ਸੰਸਾਰ ਹੀ ਤੇਰਾ ਬਣ ਗਿਆ। ਜੇ ਤੂੰ ਆਪਣਾ ਆਪ ਸਵਾਰ ਲੈ, ਜੇ ਤੂੰ ਆਪਣਾ ਆਪ ਸਵਾਰੇਗਾ ਤਾਂ ਹੀ ਦੂਏ ਦਾ ਸਵਾਰਨ ਜੋਗਾ ਬਣੇਗਾ। ਤੇ ਜੇ ਬੁੱਢਾ ਆਪ ਬੋਤਲ ਪੀ ਰਿਹਾ ਤੇ ਬੱਚਿਆਂ ਨੂੰ ਕਿੱਥੋਂ ਸਵਾਰ ਲਊਗਾ? ਪਹਿਲਾਂ ਆਪਣਾ ਆਪ ਸਵਾਰਨਾ ਪੈਂਦਾ। ਆਪ ਸਵਾਰੇ ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਿਹਾ ਸਭ ਜਗ। ਕਹਿੰਦੇ ਸਾਰਾ ਸੰਸਾਰ ਤੇਰਾ ਦਾਸ ਬਣ ਜਾਊ। ਧਰਤੀ ਦੀ ਗੱਲ ਨਹੀਂ, ਆਕਾਸ਼ ਦੇ ਫਰਿਸ਼ਤੇ ਵੀ ਤੇਰੇ ਦਾਸ ਬਣ ਜਾਣ, ਉਹ ਵੀ ਤੈਨੂੰ ਨਮਸਕਾਰਾਂ ਦਾ। ਜਾਂ ਕਾ ਸੰਗ ਭਾਸ਼ਾ ਸੁਰ ਦੇਵ, ਉਹਨਾਂ ਦੀ ਸੰਗਤਾਂ ਸੁਰਾਂ ਦਾ ਦੇਵਤਾ ਇੰਦਰ ਵੀ ਲੋਚਦਾ। ਅਮੋਘ ਦਰਸ, ਉਹਨਾਂ ਦਾ ਦਰਸ਼ਨ ਸਫਲ, ਤੇ ਸਫਲ ਜਾ ਕੇ ਸੇਵਾ ਵੀ ਸਫਲ। ਇੱਥੇ ਬਸ ਨਹੀਂ, ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਸ਼ਿਵ ਜੀ ਬ੍ਰਹਮਾ ਵਿਸ਼ਨੂੰ ਸ਼ਿਵ ਵੀ ਉਸ ਗਿਆਨਵਾਨ ਮਹਾਂਪੁਰਖਾਂ ਦੀ ਚਰਨ ਧੂੜੀ ਨੂੰ ਲੋਚਦੇ, ਜਿਹਨੇ ਆਪਣਾ ਆਪ ਸਵਾਰ ਲਿਆ। ਇਸ ਕਰਕੇ ਕਹਿੰਦੇ ਜਿਨ ਸਿਰਿਆ, ਇਹ ਪਾਤਸ਼ਾਹ ਇਹ ਸੰਗਤ ਦੀ ਸੇਵਾਦਾਰਾਂ ਦੀ ਤੁਸੀਂ ਸਿਰਜਣਾ ਕੀਤੀ ਨਾ, ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ। ਇੰਨਾ ਸਵਾਰਿਆ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣਾ ਦਿੱਤਾ। ਗੱਜ ਕੇ ਬੋਲੋ ਵਾਹਿਗੁਰੂ। ਮਹਾਰਾਜ ਦਾ ਰੂਪ ਬਣਾ ਦਿੱਤਾ। ਕਿ ਜਿਸ ਵੇਲੇ ਮੱਥਾ ਟੇਕਿਆ ਗੁਰੂ ਅਮਰਦਾਸ ਜੀ ਨੇ, ਜਵਾਈ ਜਾਣ ਕੇ ਟੇਕਿਆ। ਜਵਾਈ ਦਾ ਸਤਿਕਾਰ ਤਾਂ ਹੈ, ਮੱਥਾ ਥੋੜ੍ਹੀ ਟੇਕਦਾ। ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਦੀ ਜੋਤ ਨੂੰ। ਗੁਰੂ ਨਾਨਕ ਸਾਹਿਬ ਦੀ ਗੱਦੀ ਦਿੱਤੀ, ਗੁਰੂ ਨਾਨਕ ਸਾਹਿਬ ਦੀ ਸਾਰੀ ਕਲਾ ਉਹਨਾਂ ਦੇ ਵਿੱਚ ਰੱਖੀ। ਧੰਨ ਧੰਨ ਰਾਮਦਾਸ ਗੁਰ, ਤੇ ਗੁਰੂ ਰਾਮਦਾਸ ਵੀ ਧੰਨਤਾ ਜੋ, ਧੰਨਤਾ ਜੋ, ਜਿਨ ਸਿਰਿਆ ਤਿਨੇ ਸੁਆਰ। ਜੇ
ਜਿਸ ਨੇ ਤੁਹਾਨੂੰ ਪੈਦਾ ਕੀਤਾ ਉਸੇ ਗੁਰੂ ਨੇ ਤੁਹਾਨੂੰ ਇੰਨਾ ਸਵਾਰਿਆ, ਅਤੇ ਸਵਾਰ ਕੇ ਜਿਵੇਂ ਚੰਗੀ ਫੋਟੋ ਬਣਾਵੇ ਨਾ, ਉਹ ਫੋਟੋ ਵਾਲਾ ਵੀ ਦੰਗ ਰਹਿ ਜਾਂਦਾ, ਮੇਤੋਂ ਮਹਾਰਾਜ ਨੇ ਐਡਾ ਵੱਡਾ ਕੰਮ ਕਰਾ ਲਿਆ। ਉਹ ਵੀ ਫੋਟੋ ਨੂੰ ਬਾਰ-ਬਾਰ ਦੇਖੀ ਜਾਂਦਾ, ਕਿੰਨਾ ਸੋਹਣਾ ਚਿੱਤਰ। ਉਹ ਲੁਧਿਆਣੇ ਹੁੰਦੇ ਸੀ ਪ੍ਰੇਮੀ, ਉਹਨਾਂ ਕੋਲ ਮਹਾਰਾਜ ਦਸਮ ਪਾਤਸ਼ਾਹ ਦਾ ਚਿੱਤਰ ਸੀ, ਉਹ ਕਿਸੇ ਆਰਟਿਸਟ ਨੇ ਬਣਾਇਆ। ਜਿੱਧਰ ਦੇਖੋ ਮਹਾਰਾਜ ਚਿਹਰਾ ਉਧਰ ਹੀ ਦਿਸੇ, ਐਸੀ ਕਲਾ ਉੱਪਰ ਲੱਖਾਂ ਰੁਪਏ ਦਿੰਦੇ ਰਹੇ ਉਹਨਾਂ ਨੂੰ, ਉਹਨੂੰ ਦਿੱਤਾ ਨਹੀਂ। ਅਤੇ ਜੇ ਉਹ ਜਿਹਾ ਹੋਵੇ ਉਹ ਪੂੰਝੇ ਪਾ ਕੇ ਅਗਲੀ ਚੀਜ਼ ਵੀ ਵਿਗਾੜ ਦਊਗਾ। ਜਿਹੜਾ ਮੂਰਖ ਆ ਉਹ ਜੀਵਨ ਆਪਣਾ ਵੀ ਦੂਏ ਦਾ ਇੰਨਾ ਵਿਗਾੜ ਦਿੰਦਾ, ਹਰ ਜਗ੍ਹਾ ਲੋਕ ਥੁੱਕਦੇ, ਹਰ ਜਗ੍ਹਾ ਉਹਦੀ ਆਲੋਚਨਾ ਹੁੰਦੀ ਵਿਗੜੇ ਹੋਏ ਪੁਰਸ਼ ਦੀ। ਅਤੇ ਜਿਹਨਾਂ ਆਪਣਾ ਸੁਧਾਰ ਲਿਆ, ਧੰਨ ਗੁਰੂ ਨਾਨਕ ਸਾਹਿਬ, ਧੰਨ ਸ਼੍ਰੀ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਤੁਸੀਂ ਇੰਨਾ ਉਹਨਾਂ ਦਾ ਜੀਵਨ ਸਵਾਰਿਆ। ਅੱਜ ਸਾਰਾ ਸੰਸਾਰ ਉਹਨੂੰ ਤੁਸੀਂ ਖੁਦ ਵੀ ਧੰਨ ਧੰਨ ਕਹੀ ਜਾਂਦੇ, ਸਾਰੀ ਸੰਗਤ ਵੀ, ਸਾਰੇ ਗੁਰਸਿੱਖ ਵੀ। ਤੁਸੀਂ ਆਪੇ ਸਿਰਜਣਾ ਕੀਤੀ, ਆਪੇ ਉਹਨਾਂ ਦੇ ਜੀਵਨ ਨੂੰ ਇੰਨਾ ਅਲੌਕਿਕ ਢੰਗ ਨਾਲ ਸਵਾਰਨਾ ਕੀਤਾ ਹੈ। ਪੂਰੀ ਹੋਈ ਕਰਾਮਾਤ, ਕਰਾਮਾਤ ਦੇ ਵਿੱਚ ਵੀ ਪੂਰੇ ਹੈ। ਰਾਮਦਾਸ ਦੀ ਕਰਾਮਾਤ ਅੱਜ ਵੀ ਪ੍ਰਤੱਖ ਹੈ। ਦਰਬਾਰ ਸਾਹਿਬ ਜਾ ਕੇ ਦੇਖੋ, ਕੌਤਕ ਰੋਜ਼ ਕੋਈ ਨਾ ਕੋਈ ਹੁੰਦਾ। ਮਹਾਰਾਜ ਦੇ ਕਰਿਸ਼ਮੇ ਰੋਜ਼ ਹੁੰਦੇ, ਕਲਾ ਵਰਤਾਉਂਦੇ ਰਹਿੰਦੇ, ਕਰਾਮਾਤਾਂ ਦੇ ਵਿੱਚ ਪੂਰੇ। ਤੁਹਾਡੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਕਲਾ ਸੀ ਨਾ, ਉਹ ਪੂਰੇ ਤੌਰ 'ਤੇ, ਕਿਉਂਕਿ ਪੂਰੇ ਨੇ ਆਪ ਕਿਰਪਾ ਕਰ ਦਿੱਤੀ ਨਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪ ਸਿਰਜਣਹਾਰ ਧਾਰਿਆ। ਸਿਰਜਣਹਾਰ ਜੋ ਮਹਾਰਾਜ ਸੀ, ਆਪ ਹੀ ਉਹਨਾਂ ਨੇ ਇਸ ਕਲਾ ਨੂੰ ਤੁਹਾਡੇ ਵਿੱਚ ਧਾਰਨ ਕੀਤਾ। ਉਹ ਕਲਾ ਜਿਹੜੀ ਸੀ ਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਦੇ ਅੰਦਰ ਆਤੀ, ਉਹਨੇ ਗੁਰੂ ਅਮਰਦਾਸ ਜੀ ਦੇ ਅੰਦਰ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੰਦਰ ਉਹ ਕਲਾ ਰੱਖ ਦਿੱਤੀ, ਉਹ ਸ਼ਕਤੀ ਰੱਖ ਦਿੱਤੀ, ਉਹ ਕਰਾਮਾਤਾਂ ਸਾਰੀਆਂ ਬਖਸ਼ਾਂ ਉਹ ਆਪ ਹੀ ਉਹਨਾਂ ਨੇ ਧਾਰਨ ਕੀਤੀਆਂ, ਆਪੇ ਬਖਸ਼ਾਂ ਕੀਤੀਆਂ। ਕਈ ਧੱਕੇ ਨਾਲ ਡਾਂਗ ਨਾਲ ਲੈਣਾ ਚਾਹੁੰਦੇ ਸੀ। ਪ੍ਰਿਥੀ ਚੰਦ ਨੇ ਬਹੁਤ ਯਤਨ ਕੀਤਾ, ਧੀਰਮਲ ਨੇ ਵੀ ਬਹੁਤ ਯਤਨ ਕੀਤਾ। ਕੀਰਤਪੁਰ ਸਾਹਿਬ ਚਲੇ ਗਿਆ ਅਤੇ ਮਹਾਰਾਜ ਪਤਾਲਪੁਰੀ ਭੋਰੇ ਵਿੱਚ ਸਜੇ ਹੋਏ ਸੀ। ਇਨਕਾ ਮੌਕਾ ਬਹੁਤ ਗਿਆ, ਸੰਗਤ ਬਹੁਤ ਇਕੱਠੀ ਹੋਈ ਕਿ ਮਹਾਰਾਜ ਨੇ ਜੋਤੀ ਜੋਤ ਸੁਣਾਉਣਾ। ਜਿਹੜਾ ਆਮ ਬਾਜ਼ਾਰ ਸੀ ਉੱਥੇ ਜਾ ਕੇ ਐਨ ਚੰਗਾ ਤਖਤ ਉਸ ਲਾ ਕੇ, ਗੱਦੀ ਲਾ ਕੇ ਬਹਿ ਗਿਆ। ਜ਼ੋਰਦਾਰ ਖੜੇ, ਕਈ ਸੰਗਤਾਂ ਹੁਣ ਨਵੀਆਂ ਆਈਆਂ ਸੀ ਅਤੇ ਉਹਨੂੰ ਕੀਤਾ ਵੀ ਲੋਕਾਂ 'ਤੇ ਇੱਕ ਵਾਰੀ ਪ੍ਰਭਾਵ ਬਣਾ ਲਈਏ। ਅਤੇ ਚੌਕਦਾਰ ਖੜੇ ਆ, ਚੌਰ ਹੋ ਰਿਹਾ, ਬਹੁਤ ਠਾਠਾ ਬਾਗਾ ਬਣਾਇਆ ਹੋਇਆ। ਆਮ ਲੋਕ ਤਾਂ ਜਲ ਜਲੋ ਦੇਖ ਕੇ ਭਰਮ ਪਈ ਜਾਂਦੇ ਨੇ। ਹੁਣ ਸ਼ਹਿਰ ਦੀ ਵੀ ਦੁਕਾਨ ਚੰਗੀ ਡੈਕੋਰੇਸ਼ਨ ਅਗਲੇ ਲੋਕ ਜਾਣਗੇ, ਭਾਵੇਂ ਸੌਦਾ ਹੋ ਜਾਏ ਹੋਵੇ, ਉੱਚੀ ਦੁਕਾਨ 'ਤੇ ਫਿੱਕਾ ਭਗਵਾਨ ਹੀ ਹੋਵੇ, ਪਰ ਭਰਮ ਜਾਂਦੇ, ਅੱਖਾਂ 'ਚ ਜਿਉਂਦੀਆਂ ਡੈਕੋਰੇਸ਼ਨ ਬਹੁਤ ਇਹੋ ਜਿਹਾ ਕੀਤਾ। ਜਿਹੜੇ ਨਵੇਂ ਸੀ ਪਤਾ ਨਾ ਨਹੀਂ ਕਿ ਗੁਰੂ ਇਹ ਹੀ ਹੈ। ਬੜਾ ਚੜਾਵਾ ਚੜਿਆ, ਬਹੁਤ ਖੁਸ਼। ਉਧਰ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਆ ਗਿਆ। ਮਹਾਰਾਜ ਬਾਬੇ ਬਿਧੀ ਚੰਦ ਗੁਰਸਿੱਖ ਜਿਹੜੇ ਪੁਰਾਣੇ ਸੀ, ਕਹਿੰਦੇ ਇਹਨੂੰ ਧੱਕੇ ਮਾਰ ਕੇ ਤੂੰ ਕੱਢੋ।
ਇਹਨ ਕੀ ਇਹ ਪਖੰਡ ਪ੍ਰਪੰਚ ਰਚਾਇਆ। ਹੁਣ ਆਪਣੀ ਮਾਤਾ ਨਾਲ ਲੜੀ ਜਾਂਦਾ ਤੇ ਮੈਂ ਆਉਂਦਾ ਨਾ ਮਾਤਾ ਜੀ ਨੂੰ ਤੁਸੀਂ ਕਿਹਾ ਤੁਸੀਂ ਚਲੋ, ਨਹੀਂ ਤਾਂ ਬੜਾ ਸੁਣੋ ਮੇਰਾ ਠਾਠਾ ਬਾਗਾ ਬਣਿਆ ਸੀ ਤੇ ਆਹ ਗੱਲ ਨਾ ਤੇ ਮੇਰੀ ਸੋ ਬੇਇੱਜ਼ਤੀ ਕਰਾ ਦਿੱਤੀ। ਉਤੋਂ ਫਿਰ ਘੋੜੇ ਤੇ ਚੜ੍ਹ ਕੇ ਕਰਤਾਰਪੁਰ ਨੂੰ ਆ ਗਿਆ ਸੀ। ਇਹ ਸਾਰਾ ਪ੍ਰਸੰਗ ਸੂਰਜ ਪ੍ਰਕਾਸ਼ ਦੇ ਵਿੱਚ ਹੈ। ਜੋਰਜ ਮਾਈ ਨਾ ਇਸ ਤਰ੍ਹਾਂ ਦੇ ਅਡੰਬਰ ਕਰਨੇ ਦੇ ਨਾਲ ਇਹ ਜੋਤ ਕਲਾ, ਇਹ ਸ਼ਕਤੀ ਮਿਲਦੀ ਨਹੀਂ। ਇਹ ਤਾਂ ਭਗਤੀ ਨਾ, ਪ੍ਰੇਮ ਨਾ, ਗੁਰੂ ਕੀ ਬਖਸ਼ਿਸ਼ ਨਾ, ਹੁਕਮ ਦੀ ਪੜ੍ਹਾਈ, ਸ਼ਬਦ ਦੀ ਕਮਾਈ ਕਰਨਾ, ਮਹਾਰਾਜ ਦੀ ਮਿਹਰ ਨਾ ਮਿਲਦੀ। ਇਸ ਕਰਕੇ ਮਹਾਰਾਜ ਨੇ ਕਹਿੰਦੇ ਆਪ ਸਿਰਜਣਹਾਰੇ ਨੇ ਇਹ ਸਾਰੀ ਕਲਾ ਧਾਰਨ ਕੀਤੀ ਹੈ। ਸਿੱਖੀ ਅਤੇ ਸੰਗਤੀ, ਜਿੰਨੀ ਸਿੱਖੀ ਸੀ ਜਿੱਥੇ ਤੱਕ ਮਹਾਰਾਜ ਦੀ ਸਿੱਖੀ ਔਰ ਮਹਾਰਾਜ ਦੀ ਜਿੰਨੀ ਵੀ ਸੰਗਤ ਸੀ, ਪਾਰ ਬ੍ਰਹਮਕਾਰ ਨਮਸਕਾਰਿਆ, ਉਹਨਾਂ ਸਾਰਿਆਂ ਨੇ ਜਦੋਂ ਆਪ ਧੰਨ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਦਾ, ਬਾਕੀ ਗੱਲ ਪਿੱਛੇ ਕੀ ਰਹਿ ਗਈ। ਕਹਿੰਦੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਪਾਰਬ੍ਰਹਮ ਪਰਮੇਸ਼ਰ ਨਿਰੰਕਾਰ ਦਾ ਸਰੂਪ ਸਮਝ ਕੇ ਨਮਸਕਾਰ ਕੀਤੀ। ਹੁਣ ਮਾਤਾ ਪਿਤਾ ਨੂੰ ਵੀ ਮੱਥਾ ਤੇ ਟੇਕ ਦਿੰਦੇ। ਸੱਸ ਸਹੁਰਾ ਕੋਈ ਦੁਨਿਆਵੀ ਉਸਤਾਦ ਹੈ, ਧਰਮੀ ਰਾਜਾ ਹੋਵੇ, ਨਮਸਕਾਰ ਹੋ ਜਾਂਦੀ। ਵੱਡਾ ਭਰਾ ਹੈ, ਗੁਣੀ ਕੋਈ ਵਿਦਵਾਨ ਹੈ, ਗ੍ਰਹਿਸਤੀ ਹੁਣ ਉਹਨਾਂ ਦੇ ਘਰ ਵਾਲੀਆਂ ਨੂੰ ਵੀ ਸਤਿਕਾਰ ਮਿਲ ਜਾਂਦਾ। ਪਰ ਜਿਹੜਾ ਗੁਰੂ ਪਦਵੀ ਨੂੰ ਨਮਸਕਾਰ ਹੈ ਤਾਂ ਉਹ ਵੱਖਰਾ ਸਥਾਨ ਹੈ। ਮਾਤਾ ਨੂੰ ਉਹ ਕਹਿਣਗੇ ਤੇਰੀ ਉਮਰ ਲੰਮੀ ਹੋ ਜਾਏ, ਉਹ ਤੰਦਰੁਸਤ ਰਹੇ, ਇਹੋ ਜਿਹੀਆਂ ਆਸ਼ੀਰਵਾਦਾਂ ਦਊਗੀ ਨੂੰ। ਇਹ ਆਸ਼ੀਰਵਾਦ ਨਹੀਂ ਨਾ ਦੇ ਸਕਦੀ ਜਾਂ ਤੈਨੂੰ ਬ੍ਰਹਮ ਗਿਆਨ ਹੋ ਜਾਏ, ਜਾਂ ਤੇਰੀ 84 ਕੱਟੀ ਗਈ ਤੈਨੂੰ ਮੁਕਤੀ ਮਿਲ ਜਾਏ। ਇਹ ਤਾਂ ਮਹਾਰਾਜ ਜੀ ਦੇਣਗੇ ਨਾ। ਇਸ ਕਰਕੇ ਜਿੰਨੀ ਸਿੱਖੀ ਸੀ, ਜਿੰਨੀ ਸੰਗਤ ਸੀ, ਜਦ ਆਪ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਜੋਤ ਕਲਾ ਉਹਨਾਂ ਵਿੱਚ ਰੱਖ ਕੇ ਆਪ ਨਮਸਕਾਰ ਕੀਤੀ। ਬਾਬਾ ਬੁੱਢਾ ਜੀ ਨੂੰ ਗੋਤਾ ਗੱਦੀ ਦਾ ਤਿਲਕ ਦਵਾ ਦਿੱਤਾ, 5 ਪੈਸੇ ਥੱਲੇ ਰੱਖ ਕੇ ਮੱਥਾ ਟੇਕਦਾ। ਜਿੰਨੀ ਸਿੱਖੀ ਸੀ, ਜਿੰਨੀ ਸੰਗਤ ਸੀ, ਉਹਨੇ ਗੁਰੂ ਰਾਮਦਾਸ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਦਾ ਰੂਪ ਜਾਣ ਕੇ ਨਮਸਕਾਰ ਕੀਤੀ ਹੈ। ਅਟਲ ਅਥਾਹ ਅਦੋਲ ਤੂੰ, ਇਹ ਪਾਤਸ਼ਾਹ ਤੁਹਾਡਾ ਪਦ ਵੀ ਅਟਲ ਹੈ। ਉਹਨਾਂ ਪਦਵੀਆਂ ਰਾਜੇ ਲੋਕ ਵੀ ਪਾਉਂਦੇ, ਅਟਲ ਨੇ। ਅੱਜ ਕੁਰਸੀ ਹੈਗੀ ਆ, ਕੱਲ੍ਹ ਕੁਰਸੀ ਜਾਂਦੀ, ਹੋਰ ਵੀ ਪਦਵੀਆਂ ਬਹੁਤ ਹੈਗੀਆਂ ਸਦਾ ਰਹਿਣ ਵਾਲੀਆਂ। ਅਟਲ ਅਥਾਹ ਦਾ ਥਾਹ ਨਹੀਂ, ਅਡੋਲ ਡੋਲਣ ਵਾਲੀ ਨੇ। ਤਤੀਆਂ ਤਵੀਆਂ ਤੇ ਵੀ ਬੈਠੇ ਆ, ਡੋਲੇ। ਦਿੱਲੀ ਚਾਂਦਨੀ ਚੌਕ ਸੀਸ ਦਿੱਤੇ ਡੋਲੇ। ਮਹਾਰਾਜ ਤਾਂ ਆਪ ਸਮਰੱਥ ਹੈ, ਉਹਨਾਂ ਦੇ ਸਿੱਖ ਵੀ ਨਹੀਂ ਡੋਲੇ। ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਭਾਈ ਮਨੀ ਸਿੰਘ ਸਾਹਿਬ, ਭਾਈ ਕਾਰੂ ਸਿੰਘ ਹੈ, ਸਵੇਰ ਸਿੰਘ, ਸੁਭਾਸ਼ ਸਿੰਘ, ਹੋਰ ਕਿੰਨੇ ਆ। ਮਹਾਰਾਜ ਨੇ ਉਹਨਾਂ ਦੇ ਅੰਦਰ ਐਸੀ ਵਰਤ ਗੁਰਸਿੱਖਾਂ ਅੰਦਰ ਆਪ ਸਮਰੱਥ ਹੈ, ਅਟਲ। ਫਿਰ ਪੜ੍ਹ ਦਿਓ, ਅਟਲ ਅਥਾਹ ਤੁਹਾਡਾ ਥਾਹ ਅੰਤ ਨਹੀਂ ਪਾਇਆ ਜਾਂਦਾ ਹੈ। ਅਤੋਲ ਤੂੰ ਤੋਲਣ ਵਿੱਚ ਨਹੀਂ ਆਉਂਦਾ। ਅੱਜ ਕੱਲ੍ਹ ਤਾਂ ਹੁਣ ਤੋਲਣ ਚਾਹੁੰਦੇ ਆ, ਤਕੜੀਆਂ ਦੇ ਲੀਡਰ ਵੀ ਤੋਲਦੇ ਆ, ਕਈ ਧਾਰਮਿਕ ਬੰਦਿਆਂ ਨੂੰ ਵੀ ਤੋਲਦੇ। ਇੰਨੇ ਸਿੱਕੇ ਨਾ ਤੋਲਿਆ ਜੀ, ਤੇ ਉਨੇ ਮੁੱਲ ਦੇ ਹੋ ਗਏ ਨਾ। ਇਹ 9 ਲੱਖ ਦੇ ਨੋਟ ਹੋਏ ਤੇ ਫਿਰ 9 ਲੱਖ ਦਾ ਹੋ ਗਿਆ।
ਕਿ ਹੁਣ ਗੁਰੂ ਪਾਦਮੀ ਨੂੰ ਕਿਹੜਾ ਤੋਲ ਲਊਗਾ? ਤੋਲ ਲਊਗਾ? ਉਹ ਤਾਂ ਆਪੇ ਕੰਡਾ ਆਪ ਤਰਾਜੀ, ਆਪੇ ਤੋਲਣ ਹਾਰਾ, ਆਪੇ ਸੌ ਆਪੇ ਵਣਜਾਰਾ। ਇਹ ਤੋਲਣ ਵਿੱਚ ਆਉਣ ਵਾਲੇ ਨੇ। ਕੋਈ ਤਕੜੀ ਹੈਗੀ ਹੈ ਜਿਹੜੀ ਮਹਾਰਾਜ ਨੂੰ ਤੋਲ ਲਊਗੀ। ਉਹਦਾ ਭਗਤਾਂ ਦਾ ਲੈ ਲਓ ਕੰਚਨ ਚੋਂ ਪਾਈਆ, ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ। ਮੈਂ ਤਾਂ ਮੋਲ ਮਹਿੰਗੀ ਲਈ ਜੀ ਛੱਡੇ। ਸਾਡੇ ਸੰਤ ਹੁੰਦੇ ਬਾਬਾ ਮਹਿੰਦਰ ਸਿੰਘ ਜੀ ਹਰਕੌਲ ਵਾਲੇ, ਉਹ ਬਾਬੇ ਮਸਤਾਂ ਦੀਆਂ ਕਸਵਟੀਆਂ ਚਲੀਆਂ। ਜਦੋਂ ਕਿਸੇ ਨੇ ਕਹਿਣਾ ਮਾਰਾ ਕਿਰਪਾ, ਤੇ ਸੰਤਾਂ ਨੇ ਕਹਿਣਾ ਮੈਂ ਤਾਂ ਮੋਲ ਮਹਿੰਗੀ ਲਈ ਜੀ ਛੱਡੇ। ਇਹ ਬੜਾ ਮਹਿੰਗਾ ਸੌਦਾ, ਇਹ ਮੁਕਤ ਨਹੀਂ ਮਿਲਦਾ। ਇਸ ਵਾਸਤੇ ਅਟਲ ਵੀ ਆ, ਥਾਹ ਵੀ ਹੈ, ਔਰ ਤੋਲ ਵੀ ਤੋਲਣ ਵਿੱਚ ਨਹੀਂ ਆਉਂਦੇ ਹਨ। ਤੇਰਾ ਅੰਤ ਨਾ ਪਾਰਾਵਾਰਿਆ। ਇਹ ਨਿਰੰਕਾਰ ਪਰਮੇਸ਼ਰ ਧੰਨ ਗੁਰੂ ਨਾਨਕ ਤੇਰੀ ਗੱਦੀ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਤੇਰਾ ਅੰਤ ਪਾਰਾਵਾਰ ਨਹੀਂ ਪਾਇਆ ਜਾਂਦਾ। ਤੇਰਾ ਅੰਤ ਕੌਣ ਲਊ? ਅੰਤ ਕੋ ਚਾਨ ਜੇ ਗਏ ਸੇ ਆਏ ਅੰਤ ਗੁਆਏ ਜੀ। ਅੰਤ ਲੈਣ ਵਾਲਿਆਂ ਦਾ ਆਪਣਾ ਅੰਤ ਹੋ ਗਿਆ। ਤੂੰ ਤਾਂ ਅਨੰਤ ਸਰੂਪ ਹੈ, ਬੇਅੰਤ ਸਰੂਪ। ਇਸ ਵਾਸਤੇ ਹੁਣ ਜਿਹੜੇ ਉਹਨਾਂ ਨੂੰ ਤੋਲਿਆ, ਇੰਨੇ ਸਿੱਕਿਆਂ ਨੂੰ ਖੁਸ਼ ਬੜੇ ਹੁੰਦੇ। ਸਾਨੂੰ ਜੀ ਇੰਨੇ ਸਿੱਕਿਆਂ ਨਾਲ ਤੋਲਿਆ ਗਿਆ। ਇਹ ਦੁਨਿਆਵੀ ਲੋਕਾਂ ਦੀਆਂ ਗੱਲਾਂ, ਰਾਜਸੀ ਜਿਹੜੇ ਹੁੰਦੇ। ਇਹ ਗੁਰੂ ਨਾਨਕ ਦਾ ਘਰ, ਇਹ ਗੁਰੂ ਨਾਨਕ ਦੀ ਗੱਦੀ। ਫਿਰ ਪਈਆਂ ਸਿੱਕਿਆਂ ਨਾਲ ਤੋਲਣ ਵਾਲੀ ਚੀਜ਼ ਨਹੀਂ, ਸੋਨਿਆਂ ਨਾਲ, ਹੀਰਿਆਂ ਨਾਲ। ਤੇਰਾ ਅੰਤ ਨਾ ਪਾਰਾ ਵਾਰਿਆ। ਇਹ ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡਾ ਅੰਤ ਪਾਰਾਵਾਰ ਨਹੀਂ ਪਾਇਆ ਜਾਂਦਾ ਹੈ। ਜਿਨੀ ਤੂੰ ਸੇਵਿਆ ਭਾਉ ਕਰ। ਪਰ ਗੱਲ ਵਿਚਾਰ ਦੀ ਇਹ, ਜਿਨੇ ਆਪ ਜੀ ਨੂੰ ਭਾਉ ਪਿਆਰ ਧਾਰ ਕੇ ਤੁਹਾਡੇ ਘਰ ਦੀ ਸੇਵਾ ਕੀਤੀ ਹੈ, ਸੇ ਤੁਧ ਪਾਰੇ ਉਤਾਰਿਆ। ਤੁਸੀਂ ਉਹਨਾਂ ਦਾ ਪਾਰ ਉਤਾਰਾ ਕਰਤਾ। ਉਹ ਸੰਸਾਰ ਸਾਗਰ ਦੀ ਮੰਜ਼ਲੀ ਧਾਰ 'ਚ ਡੁੱਬਦੇ ਨਹੀਂ। ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ। ਹੁਣ ਬੇੜਾ ਵੀ ਮਲਾਹ ਤੋਂ ਬਿਨਾਂ ਤਾਂ ਨਹੀਂ ਨਾ ਕਰੇਗਾ। ਉਵੇਂ ਬੇੜੀ ਛੱਡ ਦਿਓ, ਬੇੜਾ ਛੱਡ ਦਿਓ, ਚੱਲ ਜੂ ਕਿਸੇ ਕੰਢੇ। ਮਲਾਹ ਹੁਣ ਤਾਂ ਕੰਢੇ ਲਾਊਗਾ। ਇਸ ਕਰਕੇ ਮਲਾਹ ਸਤਿਗੁਰੂ ਆਪੇ ਹੀ ਹੈ। ਤੇ ਇਸ ਕਰਕੇ ਮਾਰੇ ਜਾਂਦੇ ਹੈ, ਤੇਰਾ ਅੰਤ ਪਾਰਾਵਾਰ ਨਹੀਂ ਪਾਇਆ ਜਾਂਦਾ। ਤੁਸੀਂ ਐਸੇ ਫੇਰ ਪੜੋ, ਜਿਨੀ ਤੂੰ ਸੇਵਿਆ ਭਾਉ ਕਰ। ਜਿਨੇ ਆਪ ਜੀ ਨੂੰ ਪ੍ਰੇਮ ਧਾਰ ਕੇ ਸੇਵਿਆ, ਆਪ ਜੀ ਦਾ ਆਰਾਧਨ ਕੀਤਾ, ਆਪ ਜੀ ਦਾ ਚਿੰਤਨ ਕੀਤਾ ਹੈ, ਸੇ ਦੁੱਧ ਪਾਰੇ ਉਤਾਰਿਆ। ਉਹਨਾਂ ਨੂੰ ਤੁਸੀਂ ਸੰਸਾਰ ਸਾਗਰ ਤੋਂ ਪਾਰ ਤਾਰਾ, ਮੁਕਤੀ, ਕਲਿਆਣ, ਬਖਸ਼ਿਸ਼ ਕਰ ਦਿੱਤੀ ਹੈ। ਲੱਖ ਲੋਭ ਕਾਮ ਕ੍ਰੋਧ ਮੋਹ। ਇਹ ਜਿੰਨੀਆਂ ਬੁਰਾਈਆਂ, ਲੱਭ ਹੁੰਦਾ ਪਦਾਰਥਾਂ ਦੇ ਖਾਣ ਦਾ, ਲੋਭ ਹੁੰਦਾ ਮਾਇਆ ਦਾ, ਹੰਕਾਰ ਆ, ਕਾਮ ਕ੍ਰੋਧ, ਜਿੰਨੇ ਇਹ ਆਸੁਰੀ ਸੰਪਦਾ, ਇਹ ਜਿੰਨੇ ਦੋਸ਼ ਬਕਾਰ ਹਨ। ਮਾਰ ਕੱਟੇ ਤੁਧ ਸਭ ਪਰਵਾਰਿਆ। ਇਹ ਪਰਿਵਾਰ ਦੇ ਸਹਿਤ ਮਾਰ ਕੇ ਕੱਢ ਦਿੱਤੇ ਆ। ਇਹਨਾਂ ਚੋਂ ਕੋਈ ਬਕਾਰ ਵੀ ਉਹਨਾਂ ਤੇ ਹਾਵੀ ਨਹੀਂ ਹੁੰਦਾ। ਤੇ ਨਾ ਤਾਂ ਪਦਾਰਥਾਂ ਦੇ ਖਾਣ ਦਾ, ਮਾਇਆ ਦੇ ਲੋਭ ਦਾ, ਨਾ ਬਕਾਰ ਦ੍ਰਿਸ਼ਟੀ, ਤੇ ਨਾ ਹੰਕਾਰ, ਨਾ ਮੋਹ। ਇਹ ਜਿੰਨੇ ਵੀ ਹੈ, ਇਹਨਾਂ ਦਾ ਵੀ ਪਰਿਵਾਰ ਬਹੁਤ ਵੱਡਾ ਹੈ। ਆਸਾ, ਤ੍ਰਿਸ਼ਨਾ, ਮਮਤਾ, ਈਰਖਾ, ਨਫ਼ਰਤ, ਘਿਰਣਾ, ਇਹ ਕਹਿੰਦੇ ਇਹਨਾਂ ਭੂਤਨਿਆਂ ਦਾ ਵੀ ਟੋਲਾ ਬਹੁਤ ਵੱਡਾ।
ਚੜੇਲਾਂ ਬਹੁਤ ਹੈ। ਕਹਿੰਦੇ ਸਹਿਤ ਪਰਿਵਾਰ ਦੇ ਮਾਰ ਕੇ ਇਹਨਾਂ ਨੂੰ ਖਤਮ ਕਰ ਦਿੱਤਾ। ਕੋਈ ਵਕਾਰ ਵੀ ਇਹਨਾਂ ਤੋਂ ਉਹਨਾਂ ਦੇ ਅੰਦਰ ਹਾਵੀ ਨਹੀਂ ਹੁੰਦਾ। ਬਾਬਾ ਦੀਪ ਸਿੰਘ ਸਾਹਿਬ ਬਾਲ ਬ੍ਰਹਮਚਾਰੀ ਸੀ, ਬਾਲ ਜਤੀ ਸੀ। ਬਾਬਾ ਗੁਰਬਖਸ਼ ਸਿੰਘ, ਅਕਾਲੀ ਫੂਲਾ ਸਿੰਘ, ਇਹ ਬਾਲ ਜਤੀ ਸੀ ਸਾਰੇ। ਕੋਈ ਵਕਾਰ ਇਹਨਾਂ 'ਤੇ ਹਾਵੀ ਹੋਇਆ? ਕਿੰਨਾ ਸਵੱਛ ਔਰ ਪਵਿੱਤਰ ਜੀਵਨ ਉਹਨਾਂ ਦਾ ਨਾਂ ਲੈਣ ਨਾਲ ਰਸਨਾ ਪਵਿੱਤਰ ਹੋ ਜਾਂਦੀ ਹੈ। ਐਸੇ ਪਵਿੱਤਰ ਮਹਾਂਪੁਰਸ਼ ਹੋਰ ਗੁਰੂ ਸਾਹਿਬ ਘਰ ਦੇ ਵਿੱਚ ਬੇਅੰਤ ਐਸੀਆਂ ਸ਼ਖਸੀਅਤਾਂ ਹਨ, ਕਹਿੰਦੇ ਜਿਨ੍ਹਾਂ ਦੇ ਅੰਦਰੋਂ ਇਹ ਸਾਰੇ ਪਾਪ ਦੋਸ਼ ਸਹਿਤ ਪਰਿਵਾਰ ਦੇ ਮਾਰ ਕੇ ਇਹਨਾਂ ਨੂੰ ਕੱਢਤਾ, ਖਤਮ ਕਰ ਦਿੱਤੇ ਹਨ ਕਿ ਮੁੜ ਕੇ ਨਾ ਪੁੰਗਰ ਪੈਣ। ਜੇ ਦਰਖਤ ਨੂੰ ਛਾਂਗ ਦਈਏ ਮੁੜ ਕੇ ਫੁੱਟ ਪੈਂਦਾ ਨਾ, ਤੇ ਜੇ ਜੜ ਫੁੱਟ ਦਈਏ ਫੇਰ ਕਿਤੋਂ ਫੁੱਟੂਗਾ। ਕਹਿੰਦੇ ਜੜੋਂ ਮੂਲ ਤੋਂ ਹੀ ਖਤਮ ਕਰ ਦਿੱਤੇ ਪਰਿਵਾਰਾਂ ਦੇ ਸਹਿਤ। ਜਿਨ੍ਹਾਂ ਦਾ ਟੋਲਾ ਸੀ ਨਾ ਵਕਾਰਾਂ ਦਾ, ਉਹ ਸਾਰਾ ਦਾ ਸਾਰਾ ਮਾਰ ਕੇ ਖਤਮ ਕਰ ਦਿੱਤਾ ਹੈ। ਧੰਨ ਸੋ ਤੇਰਾ ਥਾਨ ਹੈ। ਇਹ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਤੇਰਾ ਹਰਿਮੰਦਰ ਸਾਹਿਬ ਰੂਪੀ ਸਥਾਨ ਵੀ ਧੰਨ ਕਰ ਲੋ। ਆਪ ਜੀ ਦਾ ਸਾਧ ਸੰਗਤ ਰੂਪੀ ਸਥਾਨ ਵੀ ਧੰਨਤਾ ਯੋਗ। ਆਪ ਜੀ ਦਾ ਸੱਚਖੰਡ ਰੂਪੀ ਸਥਾਨ ਵੀ ਧੰਨਤਾ ਯੋਗ ਹੈ। ਸੱਚ ਤੇਰਾ ਪੈਸ ਕਾਰਿਆ। ਤੇਰੇ ਅੰਦਰ ਜਿਹੜਾ ਸੱਚ ਆ ਨਾ, ਉਹਦਾ ਪੂਰਾ ਪਸਾਰਾ ਹੋਇਆ ਕਿਉਂ ਝੂਠ ਤਾਂ ਉਸੇ ਰਿਹਾ ਹੀ। ਸਾਰੇ ਸੱਚ ਹੀ ਸੱਚ ਫੈਲਿਆ ਹੋਇਆ। ਜਿਵੇਂ ਸੂਰਜ ਚੜ੍ਹਦਾ ਆਪਣੇ ਪ੍ਰਕਾਸ਼ ਨਾਲ ਹਰ ਜਗ੍ਹਾ ਆਪਣਾ ਪ੍ਰਭਾਵ ਬਣਾ ਲੈਂਦਾ ਨਾ, ਤੁਹਾਡੇ ਅੰਦਰ ਇੰਨਾ ਸੱਚ ਆ। ਚਾਰ ਸਫੇਰੇ ਤੇਰੇ ਸੱਚ ਦਾ ਪੈਸਕਾਰਿਆ ਪਸਾਰਾ ਹੋਇਆ ਤੇਰਾ ਸੱਚ ਚਾਰ ਸਫੇਰੇ ਫੈਲਿਆ ਹੋਇਆ ਹੈ। ਨਾਨਕ ਤੂੰ ਲਹਿਣਾ ਤੂੰ ਹੈ। ਤੁਸੀਂ ਗੁਰੂ ਨਾਨਕ ਸਾਹਿਬ ਤੇ ਲਹਿਣਾ ਸ੍ਰੀ ਗੁਰੂ ਅੰਗਦ ਸਾਹਿਬ, ਇਹ ਸਾਰੀ ਕਲਾ ਇੱਕੋ ਹੀ ਜੋਤ ਤੁਰੀ ਆ ਰਹੀ ਹੈ। ਗੁਰ ਅਮਰ ਤੂੰ ਵਿਚਾਰਿਆ। ਇਹ ਵਿਚਾਰ ਕਰਕੇ ਜਦੋਂ ਦੇਖਿਆ, ਗੁਰੂ ਅਮਰਦਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਉਹਨਾਂ ਗੁਰੂਆਂ ਵਿੱਚ ਤੁਹਾਡੇ 'ਚ ਕੋਈ ਭੇਦ ਨਹੀਂ, ਤੁਸੀਂ ਇੱਕ ਸਰੂਪ ਹੀ ਹੋ। ਗੁਰ ਡਿਠਾ ਤਾਂ ਮਨ ਸਾਧਾਰਿਆ। ਜਦੋਂ ਆਪ ਜੀ ਦੇ ਦਰਸ਼ਨ ਕੀਤੇ, ਇਹ ਜਿਹੜਾ ਮਨ ਚੰਚਲ ਸੀ, ਡਾਵਾਂਡੋਲ ਸੀ, ਟਿਕਾਊ ਵਿੱਚ ਨਹੀਂ ਸੀ ਆਉਂਦਾ, ਆਪ ਜੀ ਦੀ ਕਿਰਪਾ ਨਾਲ ਹੁਣ ਆਸਰੇ ਦੇ ਸਹਿਤ ਹੋ ਗਿਆ। ਤੁਸੀਂ ਨਾਮ ਬਾਣੀ ਆਪਣੇ ਸ਼ਬਦ ਦਾ ਆਸਰਾ ਦਿੱਤਾ। ਗੁਰੂ ਕਾ ਸ਼ਬਦ ਮਨੇ ਅਸਤਮਤ, ਹੁਣ ਨਾਸਨ ਭਾਜਨ ਥਕੇ। ਹੁਣ ਤਾਂ ਮਨ ਦਾ ਇੱਧਰ ਉੱਧਰ ਜਾਣਾ ਜਿਹੜਾ ਸੀ, ਭਟਕਣਾ ਸੀ, ਆਪ ਜੀ ਨੇ ਕਿਰਪਾ ਕਰਕੇ ਖਤਮ ਹੀ ਕਰ ਦਿੱਤੀ ਹੈ। ਇਸ ਕਰਕੇ ਕਿਉਂਕਿ ਮਨ ਚੰਚਲੋ ਹੀ ਮਨਾ ਕ੍ਰਿਸ਼ਨ, ਗੀਤਾ 'ਚ ਵੀ ਹੈ। ਅਰਜਨ ਕਹਿੰਦਾ ਮਹਾਰਾਜ ਮਨ ਚੰਚਲ ਬਹੁਤ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਲਿਖਿਆ ਨਾ, ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ। ਇਹ ਮਨ ਚੰਚਲ ਹੈ ਨਾ, ਕਦੀ ਕਿਸੇ ਪਾਸੇ ਨਿਕਲ ਜਾਂਦਾ, ਕਦੀ ਨਾ ਇਹਦਾ ਰੰਗ ਆ, ਨਾ ਰੂਪ ਆ, ਨਾ ਆਕਾਰ। ਜਿਵੇਂ ਪਾਣੀ ਦਾ ਨਾ ਕੋਈ ਰੰਗ ਆ, ਨਾ ਰੂਪ, ਨਾ ਆਕਾਰ ਆ। ਜਿਹੋ ਜਿਹਾ ਬਰਤਨ ਪਾ ਦਿਓ ਉਹੋ ਜਿਹਾ ਆਕਾਰ ਬਣਾ ਲੈਂਦਾ ਹੈ। ਗਲਾਸ ਪਾਓ ਗਲਾਸ, ਜੱਗ 'ਚ ਪਾਓ ਜੱਗ ਹੈ, ਟੱਬ 'ਚ ਪਾਓ ਟੱਬ ਹੈ। ਜੇ ਹਰਾ ਰੰਗ ਪਾ ਦਿਓ ਹਰਾ, ਪੀਲਾ ਪਾ ਦਿਓ ਪੀਲਾ।
इस तरह मन का भी नहीं है, ना इसका कोई रंग रूप है, ना आकार है। जे कोई चीज़ ना मिलता उस तरह का ये बन जाता। संगत को संगत का प्रभाव बहुत लैंदा। इस करके महाराज ने कहा कि संगत तो बचो, साध संगत करो। संगत में आके मन की बुराई दूर होंगी है, शुभ गुण ग्रहण होंगे है। जे निर्माण हो के संगत विच सेवा सिमरन करिए फिर ये बख्शिश मिलती है। तो महाराज ने बहुत बड़ी कृपा की है। बाकी आप भली भांति जानते हैं कि हर साल की तरह इस साल भी पहली तरीक बटाले तो संगत गुरु महाराज के चरणों शाम को पहुँच गई। ये 2 तरीक को फिर रात दीवान भी सजदे। 2 तरीक को फिर अमृत वेले गुरु ग्रंथ साहिब महाराज चरणों अरदास बेनती करके बटाले की संगत और इतों की संगत प्रबंधकों के उदम नाल बड़े सचेजे ढंग के नाल गुरु महाराज और 5 प्यारिਆਂ की अगवाई सारिया संगत जोड़ा रूप बनया होंदा उसके मुताबिक गुरुद्वारा पहला तो कंध साहब जाते होंगे सी, उत्थे वो गलियां भी थोड़ा भीड़ियां। ये जगह शहर करके स्थान से महान है, संगत वधेरे होंदी सी, वाहन वगैरह भी जाण का कठिनाई सी। उत्थों के प्रबंधकों ने गुरुद्वारा जोड़ा 7 प्रकार है उत्थे फिर वो नगर कीर्तन की संपूर्णता होंदी है। तो बाकी संगत कई साल तो जानी है, सारिया पता है। बाकी मैनेजर साहब जी के नाल जिहड़ी संगत जिहड़ी सेवा लैनी चाहती है वो हैड ग्रंथी साहब ने संपर्क बना लो। वाहना की सेवा, डंगरां की सेवा, जल पानी की जां बेअंत सेवा होंदी है। तो प्रबंधकों के नाल पूरा जिवें अगे तालमेल सहयोग बना के करते हैं। आप सारे सियाणे हैं, ज़्यादा कहने की लोड़ नहीं, क्योंकि हुण कई सालों तो ये नगर कीर्तन चलन करके संगत आप ही काफ़ी उत्साह रखती हैं। इस वास्ते सारिया ने उदम उत्साह के नाल जिमें प्रबंधकों ने प्रोग्राम बनाया उसके मुताबिक सारे पूरा सहयोग दो श्रद्धा भगती के नाल। सो दिन तो हम थोड़े ही चाले कि बाकी आ गुरुद्वारा साहब भी सेवादार ने डेकोरेशन वगैरह की कराई है। होर भी सेवा प्रबंधकों वालों चलिया जा रही हैं। बाकी शहर वाले और नगरों की जी संगत है आप सियाने हैं, नियम मर्यादा रह के साध संगत के रूप में मैनेजर साहब पूरा समर्थन सहयोग दिओ। इस तरह के शांतिपूर्वक बड़े प्यार के नाल
ਇਹ ਨਗਰ ਕੀਰਤਨ ਆਰੰਭ ਹੁੰਦਾ ਤੇ ਬਟਾਲੇ ਨਗਰ ਇਹ ਵਿਆਹ ਪੁਰਬ ਦਾ ਜੋ ਸਮਾਗਮ ਹੈ ਉਹਦੇ ਨਿਮਿਤ ਸਾਰੀਆਂ ਸੰਗਤਾਂ ਪਿਆਰ ਦੇ ਨਾਲ ਸੇਵਾ ਨਿਭਾਇਓ। ਸਾਰੇ ਪੁੱਛੋ ਇਹ ਪੁਰਬ ਮਨਾਇਆ ਜਾਂਦਾ ਹੈ। ਉਹ ਬਟਾਲੇ ਸ਼ਹਿਰ ਦੇ ਵਿੱਚ ਥੋੜ੍ਹਾ ਪਹਿਲਾਂ ਆਮ ਪਿੰਡਾਂ ਦਾ ਸੀ, ਟਰੈਕਟਰਾਂ 'ਤੇ ਜੱਗ ਡੁੱਬ ਜਿਹਾ ਬੰਨ੍ਹ ਕੇ, ਔਰ ਥੋੜ੍ਹਾ ਮਾਹੌਲ ਹੋਰ ਢੰਗ ਦਾ ਹੁੰਦਾ ਸੀ। ਉੱਥੇ ਵੀ ਫਿਰ ਥੋੜ੍ਹਾ ਸਿੰਘਾਂ ਨੇ ਵੀ ਉੱਦਮ ਕਾਫੀ ਕੀਤਾ, ਪ੍ਰਬੰਧਕਾਂ ਨੇ ਵੀ ਅੱਗੇ ਨਾਲੋਂ ਕਾਫੀ ਫਰਕ ਹੈ ਕਿ ਮਰਜ਼ਾਦਾ ਦੇ ਨਾਲ ਸਾਰਾ ਉਹ ਸੋਹਣਾ ਲੱਗਦਾ। ਪਹਿਲਾਂ ਉਹ ਬਹੁਤ ਖੁੱਲ੍ਹੇ ਜਿਹੇ ਢੰਗ ਨਾਲ ਟਰੈਕਟਰਾਂ ਦੇ ਡੱਕ ਜਿਹਾ ਬੰਨ੍ਹ ਕੇ ਰਿਕਾਰਡ ਜਿਹਾ ਲਾ ਕੇ ਕਰਦੇ ਸੀ। ਉਹ ਫਿਰ ਕੁਝ ਸਿੰਘਾਂ ਨੇ ਵੀ ਕਾਫੀ ਉਦਮ ਪ੍ਰਚਾਰਿਤ ਕੀਤੇ, ਨੌਜਵਾਨਾਂ ਨੇ ਹੁਣ ਕਾਫੀ ਅੱਗੇ ਨਾਲੋਂ ਕੰਟਰੋਲ ਹੈ। ਸੋ ਇਸ ਵਾਸਤੇ ਸਾਰੀਆਂ ਸੰਗਤਾਂ ਨੇ ਇਹ ਪਿਆਰ ਦੇ ਨਾਲ ਜਿਹੜੀ ਸੇਵਾ ਤੁਸੀਂ ਨਿਭਾ ਸਕਦੇ ਆ ਉਹ ਸੇਵਾ ਕਰਕੇ ਗੁਰੂ ਖਾਲਸਾ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਮੈਨੇਜਰ ਸਾਹਿਬ ਜੀ ਨੂੰ, ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।